तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਤਿਲਕ ਜਨੂ ਰਾਖਾ ਪ੍ਰਭਤਾ ਕਾ, ਕਿਨੋ ਬਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਠੀਕਰ ਫੋਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੀ ਚਲਤ, ਭਇਓ ਜਗਤ ਕੋ ਸੋਕ। ਹੈ ਸਭ ਜਗ ਪਇਓ, ਜੈ 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 ਸੁਰ ਲੋਕ। ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਈ। ਪਰਮ ਸਨਮਾਨਯੋਗ ਜੁਗੋ ਜੁਗਾ ਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰਾਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਲੜੀਵਾਰ ਗੁਰ ਇਤਿਹਾਸ ਗੁਰਬਾਣੀ ਦੀ ਵਿਚਾਰ ਆਪ ਸੰਗਤ ਪਿਛਲੇ ਲੰਮੇ ਸਮੇਂ ਤੋਂ ਸਰਵਨ ਕਰ ਰਹੇ ਹੋ। ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਜਿਹੜਾ ਹੈ ਉਹ ਸ਼ਹਾਦਤ ਦਾ ਅੰਜਾਮ ਪੀਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਤਿਲਕ ਜਨੂ ਰਾਖਾ ਪ੍ਰਭਤਾ ਕਾ, ਕੀਨੋ ਬਡੋ ਕਲੂ ਮੈਂ ਸਾਕਾ। ਸਤਿਗੁਰੂ ਮਹਾਰਾਜ ਜੀ ਨੇ ਤਿਲਕ ਤੇ ਜੰਜੂ ਦੀ ਰਾਖੀ ਦੇ ਵਾਸਤੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਵਿਦਵਾਨ ਇਹ ਬਚਨ ਆਖਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਜੇ ਹਿੰਦੂ ਮੰਦਿਰਾਂ ਦੇ ਵਿੱਚ ਦੀਵੇ ਜਿਹੜੇ ਜਗਦੇ ਪਏ ਨੇ, ਉਹਨਾਂ ਦੀਵਿਆਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਸ਼ਹਾਦਤ ਦਾ ਡੁੱਲਿਆ ਹੋਇਆ ਖੂਨ ਜਿਹੜਾ ਹੈ ਉਹ ਵਲ ਰਿਹਾ ਹੈ। ਜੇਕਰ ਅੱਜ ਹਿੰਦੂਆਂ ਦੇ ਗਲਾਂ ਦੇ ਵਿੱਚ ਜਨੇਊ ਪਏ ਦਿਸਦੇ ਨੇ ਸੱਚੇ ਪਾਤਸ਼ਾਹ ਮਹਾਰਾਜ, ਉਹ ਆਪ ਜੀ ਦੀ ਸਾਹ ਰਗ ਹੈ। ਜੇ ਸੱਚੇ ਪਾਤਸ਼ਾਹ ਮਹਾਰਾਜ ਜੇ ਹਿੰਦੂਆਂ ਦੇ ਮੱਥੇ ਦੇ ਉੱਤੇ ਤਿਲਕ ਸੋਭਦੇ ਪਏ ਨੇ, ਉਹ ਤਿਲਕ ਆਪ ਜੀ ਦੇ ਖੂਨ ਦਾ ਲੱਗਿਆ ਹੋਇਆ ਹੈ। ਆਪ ਬਲਿਦਾਨ ਨਾ ਦਿੰਦੇ, ਆਪ ਸ਼ਹਾਦਤ ਦਾ ਜਾਮ ਨਾ ਪੀਂਦੇ, ਸੱਚੇ ਪਾਤਸ਼ਾਹ ਮਹਾਰਾਜ ਕੌਣ ਸੀ ਜਿਹੜਾ ਫਿਰ ਇਹਨਾਂ ਦੇ ਧਰਮ ਨੂੰ ਬਚਾਉਣ ਵਾਲਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸੇ ਕਰਕੇ ਹੀ ਕਿਹਾ ਕਿ ਤੇਗ ਬਹਾਦਰ ਸੀ ਕਿਰਿਆ, ਕਰਹੀ ਨਾ ਕਿਨਹੂ ਆਨ।
ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਜਗਤ ਵਿੱਚ ਕੀਤਾ, ਉਹਦੀ ਸਾਨੀ, ਉਹਦੀ ਮਿਸਾਲ ਕਿਸੇ ਹੋਰ ਥਾਂ ਤੇ ਕੋਈ ਵੀ ਨਹੀਂ ਮਿਲਦੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ, ਗੁਰੂ ਕੇ ਇਤਿਹਾਸ ਨੂੰ ਆਪਾਂ ਸਾਂਝ ਕਰ ਸਕੀਏ ਕਿ ਸਤਿਗੁਰੂ ਮਹਾਰਾਜ ਜੀ ਦਾ ਸੀਸ ਜਿਹੜਾ ਸੀ ਦਿੱਲੀ ਦੇ ਵਿੱਚੋਂ ਭਾਈ ਜੈਤਾ ਜੀ, ਉਹਨਾਂ ਨੇ ਆਪਣੀ ਛਾਤੀ ਦੇ ਨਾਲ ਲਾ ਕਰਕੇ ਆਨੰਦਪੁਰ ਸਾਹਿਬ ਨੂੰ ਚੱਲਣਾ ਕੀਤਾ। ਪਹਿਲਾ ਪੜਾਅ ਜਿਹੜਾ ਸੀ ਉਹ ਦਿੱਲੀ ਤੋਂ ਨਿਕਲਦਿਆਂ ਬਾਗਪਟ ਦੇ ਸਥਾਨ ਤੇ ਕੀਤਾ। ਦੂਸਰੇ ਪੜਾਅ ਦੀ ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਤਰੌੜੀ ਕਰਨਾਲ ਦੇ ਇਲਾਕੇ ਦੇ ਵਿੱਚ ਭਾਈ ਦੇਵਾ ਰਾਮ ਜਿਹੜੇ ਧੋਬੀ ਸਨ, ਉਹਨਾਂ ਦੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਨਾਲ ਪੜਾਅ ਕੀਤਾ, ਰਾਤ ਉੱਥੇ ਗੁਜ਼ਾਰਨਾ ਕੀਤੀ। ਉਸ ਤੋਂ ਅਗਲੇਰਾ ਸਫ਼ਰ ਜਿਹੜਾ ਹੈ ਉਹਦੀ ਅੱਜ ਆਪਾਂ ਸਾਂਝ ਕਰੀਏ। ਆਪ ਸੰਗਤ ਅਸੀਸ ਬਖਸ਼ੋ, ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕਰਕੇ ਭਾਈ ਜੈਤਾ ਜੀ ਜਿਹੜੇ ਸਨ ਉਹ ਅੰਬਾਲੇ ਪਹੁੰਚਦੇ ਨੇ। ਅੰਬਾਲੇ ਨਦੀ ਪੈਂਦੀ ਹੈ, ਟਾਂਗਰੀ ਨਦੀ ਦੇ ਉਹ ਕਿਨਾਰੇ ਤੇ ਪਹੁੰਚੇ। ਹੁਣ ਉੱਥੇ ਉਹ ਰਾਹ ਜਾਂਦਿਆਂ ਨੂੰ ਪੁੱਛਦੇ ਨੇ ਕਿ ਕੋਈ ਇੱਥੇ ਸਿੱਖ ਦਾ ਘਰ ਹੈ। ਕਿਸੇ ਨੇ ਦੱਸਿਆ ਕਿ ਇੱਥੇ ਜਿਹੜੇ ਨੇ ਉਹ ਸੈਣੀ ਵੀ ਰਹਿੰਦੇ ਨੇ, ਇੱਥੇ ਰਾਮਦਾਸੀਏ ਵੀ ਰਹਿੰਦੇ ਨੇ। ਭਾਈ ਜੈਤਾ ਜਿਹੜੇ ਸਨ ਉਹ ਰਾਮਦਾਸੀਏ ਇੱਕ ਸਿੱਖ ਨੇ ਜਿਨ੍ਹਾਂ ਦਾ ਨਾਂ ਸੀ ਰਾਮਦੇਵ। ਪਹਿਲੇ ਜਿਹੜੇ ਤਰੌੜੀ ਰਹਿਣ ਵਾਲੇ ਨੇ ਜਿਨ੍ਹਾਂ ਦੇ ਘਰ ਦੂਸਰਾ ਪੜਾਅ ਕੀਤਾ, ਰਾਤ ਕੱਟੀ, ਜਿਹੜੇ ਧੋਬੀ ਦਾ ਕੰਮ ਕਰਦੇ ਸੀ, ਉਹਨਾਂ ਦਾ ਨਾਂ ਸੀ ਦੇਵਾ ਰਾਮ ਤੇ ਇਹਨਾਂ ਦਾ ਨਾਮ ਹੈ ਰਾਮਦੇਵ। ਇਹ ਰਾਮਦੇਵ ਦੇ ਘਰ ਇਹ ਰਾਮਦਾਸੀ ਇਹ ਸਿੱਖ ਸਨ। ਇਹਨਾਂ ਦੇ ਘਰੇ ਭਾਈ ਜੈਤਾ ਜੀ ਨੇ ਜਿਹੜੀ ਸੀ ਰਾਤ ਕੱਟਣਾ ਕੀਤੀ। ਭਾਈ ਜੈਤਾ ਜੀ ਨੇ ਇਹਨਾਂ ਨੂੰ ਵੀ ਫਿਰ ਭਾਈ ਰਾਮਦੇਵ ਜਿਹੜੇ ਸਨ ਇਹਨਾਂ ਨੂੰ ਵੀ ਸਤਿਗੁਰੂ ਮਹਾਰਾਜ ਜੀ ਦੇ ਸੀਸ ਦੇ ਦਰਸ਼ਨ ਕਰਾਏ। ਇਹਨਾਂ ਦੇ ਮਨ ਦੇ ਵਿੱਚ ਵੀ ਇੱਛਾ ਸੀ ਕਿ ਗੁਰੂ ਗਰੀਬਾਂ ਦੇ ਘਰ ਵੀ ਚਰਨ ਪਾ ਸਕਦਾ ਹੈ। ਸਾਡੇ ਮਨ ਦੇ ਵਿੱਚ ਇੱਛਾ ਸੀ ਕਿ ਸਤਿਗੁਰੂ ਮਹਾਰਾਜ ਸਾਡੇ ਘਰ ਵਿੱਚ ਚਰਨ ਪਾਉਣ। ਤੇ ਭਾਈ ਜੈਤਾ ਜੀ ਨੇ ਜਦੋਂ ਦਰਸ਼ਨ ਕਰਾਏ, ਉਹ 5 ਕੱਪੜਿਆਂ ਦੇ ਵਿੱਚ ਲਪੇਟਿਆ ਹੋਇਆ ਸਤਿਗੁਰੂ ਮਹਾਰਾਜ ਜੀ ਦਾ ਸੀਸ, ਇੱਕ ਇੱਕ ਕੱਪੜੇ ਨੂੰ ਖੋਲ੍ਹਿਆ। ਅਖੀਰਲਾ ਕੱਪੜਾ ਜਦੋਂ ਖੋਲ੍ਹਿਆ ਤੇ ਉਹਨਾਂ ਜ਼ਾਰੋ ਜ਼ਾਰ ਜਿਹੜਾ ਸੀ ਉਹ ਰਾਮਦੇਵ ਨੇ ਰੋਣਾ ਸ਼ੁਰੂ ਕਰਤਾ ਤੇ ਹੱਥ ਫੜ ਲਏ। ਭਾਈ ਜੈਤਾ ਇਸ ਤੋਂ ਅੱਗੇ ਕੱਪੜੇ ਨੂੰ ਨਾ ਲਾਈ। ਭਾਈ ਜੈਤੇ ਨੇ ਉੱਥੇ ਰਾਤ ਕੱਟੀ। ਤਾਰਿਆਂ ਦੀ ਲੋ ਲੱਗਦੀ ਏ ਤੇ ਭਾਈ ਜੈਤਾ ਜਿਹੜੇ ਸਨ ਉੱਥੋਂ ਚੱਲਣਾ ਆਰੰਭ ਕੀਤਾ। ਚੰਡੀਗੜ੍ਹ ਦੇ ਕੋਲ ਅਸਥਾਨ ਹੈ ਨਾਭਾ ਸਾਹਿਬ, ਉੱਥੇ ਇੱਕ ਫਕੀਰ ਦੀ ਕੁਟੀਆ ਹੈ ਜਿੰਦਾ ਨਾਂ ਸੀ ਦਰਗਾਹੀ ਸ਼ਾਹ। ਭਾਈ ਜੈਤਾ ਜਦੋਂ ਪਹੁੰਚੇ ਰਾਤ ਦਾ ਸਮਾਂ ਹੋ ਚੁੱਕਿਆ ਤੇ ਦਰਗਾਹੀ ਸ਼ਾਹ ਦੀ ਉਸ ਛੰਨ ਉਸ ਕੁੱਲੀ ਦੇ ਵਿੱਚ ਜਿਹੜਾ ਸੀ ਉਹ ਦੀਵਾ ਬਲਦਾ ਪਿਆ ਹੈ। ਭਾਈ ਜੈਤਾ ਜਿਹੜਾ ਸੀ ਉਹ ਜਦੋਂ ਚੱਲ ਕੇ ਤੇ ਉਸ ਕੁਟੀਆ ਦੇ ਬਾਹਰ ਜਾ ਕੇ ਪਿਛਲੇ ਪਾਸੇ ਜਾ ਕੇ ਉਹ ਬੈਠ ਗਏ। ਪਰ ਜਦੋਂ ਤੁਰ ਕੇ ਗਏ ਤੇ ਉਹ ਜਦੋਂ ਸੁੱਕੇ ਪੱਤਿਆਂ ਦੇ ਉੱਪਰ ਪੈਰ ਰੱਖ ਕੇ ਚੱਲਦੇ ਨੇ ਤੇ ਆਵਾਜ਼ ਆਈ। ਦਰਗਾਹੀ ਸ਼ਾਹ ਨੇ ਆਵਾਜ਼ ਦੇ ਕੇ ਕਿਹਾ ਸੀ, ਕਹਿੰਦੇ ਬਾਹਰ ਕੌਣ? ਕਹਿਣ ਲੱਗਾ ਜੀ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿੱਖ ਹਾਂ। ਤੇ ਦਰਗਾਹੀ ਸ਼ਾਹ ਨੇ ਅੱਗੋਂ ਕਿਹਾ ਸੀ, ਕਹਿਣ ਲੱਗੇ ਜੇ ਸਿੱਖ ਹੈ ਫਿਰ ਲੁਕਦਾ ਕਿਉਂ ਪਿਆ, ਅੰਦਰ ਆ ਜਾ। ਜਦੋਂ ਅੰਦਰ ਆਇਆ ਤੇ ਉਹਨੇ ਗੱਲ ਕੀਤੀ, ਬਚਨ ਬਿਲਾਸ ਹੋਏ। ਕਹਿਣ ਲੱਗੇ ਮੇਰੇ ਮਨ ਦੇ ਵਿੱਚ ਬੜੀ ਇੱਛਾ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕਰਾਂ। ਮੈਨੂੰ ਪਤਾ ਲੱਗਿਆ ਕਿ ਉਹ ਦਿੱਲੀ ਗਏ ਨੇ ਤੇ ਉੱਥੇ ਭਾਣਾ ਵੀ ਵਾਪਰ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੈਂ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ, ਮੇਰੀ ਤਾਂ ਇੱਛਾ ਅਧੂਰੀ ਰਹਿ ਗਈ। ਉਹ ਅੱਗੇ ਗੱਦੀ ਕਿਹਨੂੰ ਦੇ ਕੇ ਗਏ? ਭਾਈ ਜੈਤਾ ਜੀ ਨੇ ਕਿਹਾ ਕਿ ਉਹ ਆਪਣੇ ਸਪੁੱਤਰ ਗੋਬਿੰਦ ਰਾਏ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਗਏ ਤੇ ਜੇ ਤੁਸੀਂ ਕਹੋ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਤੁਹਾਨੂੰ ਦਰਸ਼ਨ ਕਰਾ ਦੇਣਾ। ਉਹਨੇ ਕਿਹਾ ਕਿਵੇਂ? ਉਹਨਾਂ ਫਿਰ ਭਾਈ ਜੈਤੇ ਨੇ ਉਸ ਟੋਕਰੀ ਦੇ ਵਿੱਚੋਂ ਫਿਰ ਉਹ ਕੱਪੜੇ ਨੂੰ ਲਾਇਆ ਉੱਪਰੋਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕੀਤੇ। ਦਰਗਾਹੀ ਸ਼ਾਹ ਉਹ ਇੰਨਾ ਕੁ ਵਿਰਾਗ ਦੇ ਵਿੱਚ ਭਿੱਜ ਗਿਆ ਕਿ ਉਹਨੇ ਪੂਰੇ 40 ਦਿਨ ਆਪਣੇ ਤਨ ਦੇ ਉੱਤੇ ਜਿਹੜੇ ਸੀ ਕਾਲੇ ਕੱਪੜਿਆਂ ਨੂੰ ਪਾ ਕਰਕੇ ਮਾਤਮ ਮਨਾਇਆ। ਰਾਤ ਭਾਈ ਜੈਤੇ ਨੇ ਉਹ ਨਾਭਾ ਸਾਹਿਬ ਦੇ ਅਸਥਾਨ ਤੇ ਦਰਗਾਹੀ ਸ਼ਾਹ ਦੇ ਕੋਲ ਕੱਟਣਾ ਕੀਤੀ। ਸਵੇਰ ਹੁੰਦੀ ਏ, ਭਾਈ ਜੈਤਾ ਜੀ ਜਦੋਂ ਚੱਲਣ ਲੱਗੇ ਤੇ ਜਿਵੇਂ ਬੜੇ ਸਨਮਾਨ ਦੇ ਨਾਲ ਕੋਈ ਤੋਰਨ ਵਾਸਤੇ ਆਉਂਦਾ ਫਕੀਰ, ਉਵੇਂ ਸਤਿਗੁਰੂ ਮਹਾਰਾਜ ਜੀ ਦੇ ਸੀਸ ਨੂੰ ਆਪਣੇ ਹੱਥਾਂ ਤੇ ਚੁੱਕ ਕੇ ਲੈ ਕੇ ਆਇਆ।
ਕੁਝ ਦੂਰੀ ਤੱਕ ਉਹ ਸੀਸ ਨੂੰ ਚੱਕ ਕੇ ਤੁਰਿਆ। ਫਿਰ ਭਾਈ ਜੈਤੇ ਨੂੰ ਉਹ ਸੀਸ ਜਿਹੜਾ ਸੀ ਸੌਂਪ ਦਿੱਤਾ। ਭਾਈ ਜੈਤਾ ਜੀ ਇਹ ਚੌਥਾ ਪੜਾਅ ਕੀਤਾ ਹੈ ਨਾਭਾ ਸਾਹਿਬ। ਪਹਿਲਾ ਬਾਗਪਟ, ਦੂਸਰਾ ਤਰੌੜੀ, ਤੀਸਰਾ ਅੰਬਾਲਾ ਅਨਾਜ ਮੰਡੀ ਜਿਹੜਾ ਸਥਾਨ ਹੈ ਸਤਿਗੁਰੂ ਮਹਾਰਾਜ ਜੀ ਦਾ, ਫਿਰ ਚੌਥਾ ਨਾਭਾ ਸਾਹਿਬ ਦਰਗਾਹੀ ਸ਼ਾਹ ਦੇ ਕੋਲ। ਫਿਰ ਭਾਈ ਜੈਤਾ ਜੀ ਜਿਹੜੇ ਸਨ ਇੱਥੋਂ ਅੱਗੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ। ਕੀਰਤਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਤੇ ਮਹਾਰਾਜ ਜੀ ਦਾ ਅੰਗੀਠਾ ਵੀ ਉੱਥੇ ਬਣਿਆ। ਫਿਰ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਵੀ ਉੱਥੇ ਹੀ ਸਰੀਰ ਤਿਆਗਿਆ, ਜੋਤੀ ਜੋਤ ਸਮਾਏ ਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਅੰਗੀਠਾ ਵੀ ਉੱਥੇ ਹੈ। ਭਾਈ ਜੈਤਾ ਜੀ ਜਦੋਂ ਇਹ 5ਵੇਂ ਪੜਾਅ ਤੇ ਪਹੁੰਚਦੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਨੂੰ ਗੁਰਦੁਆਰਾ ਉੱਥੇ ਹੈ ਬਿਬਾਨਸਰ, ਬਿਲਕੁਲ ਨਹਿਰ ਦੇ ਸੱਜੇ ਪਾਸੇ ਜਿਹੜਾ ਹੈ ਉਹ ਗੁਰਦੁਆਰਾ ਹੈ, ਕਿਉਂਕਿ ਖੱਬੇ ਪਾਸੇ ਪਤਾਲਪੁਰੀ ਹੈ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਅਸਥਾਨ ਨੇ, ਤੇ ਸੱਜੇ ਪਾਸੇ ਸੀਸਗੰਜ ਸਾਹਿਬ ਵਾਲੇ ਪਾਸੇ, ਸ਼ੀਸ਼ ਮਹਿਲ ਵਾਲੇ ਪਾਸੇ ਇਹ ਅਸਥਾਨ ਹੈ ਗੁਰਦੁਆਰਾ ਬਿਬਾਨਸਰ, ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲਿਆ ਕੇ ਰੱਖਿਆ ਗਿਆ। ਭਾਈ ਜੈਤੇ ਜੀ ਨੇ ਸੁਨੇਹਾ ਅਨੰਦਪੁਰ ਸਾਹਿਬ ਵਿਖੇ ਭੇਜਿਆ। ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਦਾਸ, ਬਹੁਤ ਸਾਰੀ ਸੰਗਤ ਜਿਹੜੀ ਸੀ ਉੱਥੇ ਚੱਲ ਕੇ ਆਈ। ਤੇ ਭਾਈ ਜੈਤੇ ਦੇ ਮਨ ਦਾ ਵਿਚਾਰ ਸੀ ਕਿ ਸ਼ਾਇਦ ਹੋ ਸਕਦਾ ਹੈ ਕਿ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਰੀਰਾਂ ਦਾ ਸੰਸਕਾਰ ਅੰਗੀਠਾ ਵੀ ਇੱਥੇ ਹੀ ਹੈ, ਉਵੇਂ ਹੋ ਸਕਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਵੀ ਇੱਥੇ ਹੀ ਕੀਤਾ ਜਾਣਾ ਹੋਵੇ। ਭਾਈ ਜੈਤਾ ਸਾਹਿਬ ਜੀ ਨੇ ਉੱਥੇ ਸੀਸ ਨੂੰ ਟਿਕਾਉਣਾ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਦਾਸ, ਬਹੁਤ ਸਿੱਖ ਸੰਗਤ ਉੱਥੇ ਚੱਲ ਕੇ ਆਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਉੱਥੇ ਜਿਹੜੇ ਸੀ ਦਰਸ਼ਨ ਕੀਤੇ ਗਏ। ਸਭ ਤੋਂ ਪਹਿਲਾਂ ਮਾਤਾ ਨਾਨਕੀ ਨੇ ਦਰਸ਼ਨ ਕੀਤੇ। ਸੰਸਾਰੀ ਤੌਰ ਤੇ ਜੇ ਦੇਖੋ ਪੁੱਤਰ ਦੇ ਸੀਸ ਦੇ ਦਰਸ਼ਨ ਕਰਨੇ, ਉਹ ਮਨ ਦੀ ਕੈਸੀ ਅਵਸਥਾ ਹੋਵੇਗੀ। ਕੋਲ ਗਏ, ਜਦੋਂ ਉਹ ਕੱਪੜੇ ਉਤਾਰੇ ਗਏ ਉੱਪਰੋਂ ਸੀਸ ਦੇ ਉੱਤੋਂ ਤੇ ਦਰਸ਼ਨ ਕਰਕੇ ਮਾਤਾ ਨਾਨਕੀ ਜੀ ਆਖਦੇ ਨੇ, ਕਹਿੰਦੇ ਸੱਚੀ ਮੁੱਚੀ ਗੁਰੂ ਤੇਗ ਬਹਾਦਰ ਮੇਰੇ ਨਾਲ ਵਾਅਦਾ ਕਰਕੇ ਗਏ ਸੀ ਕਿ ਇਹ ਚਿਹਰਾ ਜਦੋਂ ਵਾਪਸ ਤੁਸੀਂ ਦੇਖੋਗੇ ਇਹ ਮੁਸਕਰਾਉਂਦਿਆਂ ਹੋਇਆਂ ਤੁਹਾਡੇ ਕੋਲ ਆਵੇਗਾ। ਪੁੱਤਰ ਦੇ ਸੀਸ ਨੂੰ ਚੁੰਮਣਾ ਕੀਤਾ। ਸੀਸ ਦੇ ਉੱਪਰ ਮਾਤ ਨਾਨਕੀ ਜੀ ਨੇ ਪਿਆਰ ਕਰਨਾ ਕੀਤਾ। ਮਾਤਾ ਗੁਜਰੀ ਜੀ ਨੇ ਦਰਸ਼ਨ ਕੀਤੇ। ਗੁਰੂ ਸਾਹਿਬ ਜੀ ਦੇ ਬਚਨ ਸਨ ਕਿ ਜਿੱਦਣ ਸੀਸ ਦੇ ਦਰਸ਼ਨ ਕਰੋਗੇ ਉਦਣ ਡੋਲਿਓ ਨਾ, ਉਦਣ ਮਨ ਨਾ ਡੋਲਣ ਦਿਓ। ਤੁਸੀਂ ਸ਼ਹਾਦਤਾਂ ਜਿੰਨੀਆਂ ਮਰਜ਼ੀ ਦੇਖੋ, ਫਿਰ ਤੁਹਾਡਾ ਮਨ ਕਦੀ ਨਹੀਂ ਡੋਲੇਗਾ। ਮਾਤਾ ਗੁਜਰੀ ਜੀ ਨੇ ਸੀਸ ਦੇ ਦਰਸ਼ਨ ਕੀਤੇ, ਡੋਲੇ ਨਹੀਂ, ਅੱਖ ਦੇ ਵਿੱਚੋਂ ਅਥਰੂ ਨਹੀਂ ਕੇਰਿਆ। ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਰਸ਼ਨ ਕਰਦੇ ਪਿਤਾ ਦੇ। ਭਾਈ ਜੈਤੇ ਨੂੰ ਆਵਾਜ਼ ਦੇ ਕੇ ਕਿਹਾ ਸੀ, ਕੋਲ ਆਏ। ਭਾਈ ਜੈਤੇ ਨੂੰ ਆਪਣੀ ਬੁੱਕਲ ਜੱਫੀ ਦੇ ਵਿੱਚ ਲੈ ਕੇ ਕਿਹਾ ਸੀ, ਰੰਗਰੇਟਾ ਗੁਰੂ ਕਾ ਬੇਟਾ, ਤੂੰ ਪੁੱਤਰਾਂ ਵਾਲੇ ਫਰਜ਼ ਅਦਾ ਕੀਤੇ। ਭਾਈ ਜੈਤਿਆ, ਤੂੰ ਅੱਜ ਤੂੰ ਗੁਰੂ ਦਾ ਪੁੱਤਰ ਹੈ। ਭਾਈ ਜੈਤੇ ਜੀ ਨੂੰ ਗੁਰੂ ਕਾ ਬੇਟਾ ਕਿਹਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪਾਲਕੀ ਦੇ ਵਿੱਚ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸੀਸ ਸੀ ਉਹਨੂੰ ਟਿਕਾਇਆ। ਨਗਰ ਕੀਰਤਨ ਦੇ ਰੂਪ ਦੇ ਵਿੱਚ ਇਹ ਸੀਸ ਜਿਹੜਾ ਸੀ ਆਨੰਦਪੁਰ ਸਾਹਿਬ ਲਿਆਂਦਾ ਗਿਆ, ਜਿੱਥੇ ਸਤਿਗੁਰੂ ਮਹਾਰਾਜ ਜੀ ਦੀ ਰਿਹਾਇਸ਼ ਸੀ। ਗੁਰਦੁਆਰਾ ਭੋਰਾ ਸਾਹਿਬ, ਗੁਰੂ ਕੇ ਮਹਿਲ, ਬਿਲਕੁਲ ਉਹਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਹੈ। ਉਸ ਅਸਥਾਨ ਤੇ ਜਿਹੜੀ ਸੀ ਉਹ ਚੰਦਨ ਦੀ ਚਿਖਾ ਚੁਣੀ ਗਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸੀਸ ਨੂੰ ਜਿਹੜਾ ਸੀ ਉਹ ਬਿਲਕੁਲ ਇਸ਼ਨਾਨ ਕਰਾਉਣ ਤੋਂ ਬਾਅਦ ਉਸ ਚਿਖਾ ਦੇ ਉੱਪਰ ਰੱਖਿਆ ਗਿਆ। ਬਹੁਤ ਵੱਡਾ ਉੱਥੇ ਸੰਗਤ ਦਾ ਇਕੱਠ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਿਤਾ ਦੇ ਸੀਸ ਨੂੰ ਅਗਨ ਕਰਦੇ ਨੇ, ਭੇਟ ਕਰਦੇ ਨੇ ਅਗਨ ਦੇ। ਸੰਗਤ ਜਿਹੜੀ ਸੀ ਉਦਾਸ ਸੀ, ਹਿਰਦੇ ਵਲੂੰਧਰੇ ਹੋਏ ਸਨ, ਮਨ ਵਿਰਾਗ ਦੇ ਵਿੱਚ ਉਹਨਾਂ ਦੇ ਅੱਖਾਂ ਦੇ ਅਥਰੂ ਨਹੀਂ ਸੀ ਰੁਕਦੇ। ਤੇ ਅੱਜ ਵੀ ਤੁਸੀਂ ਆਨੰਦਪੁਰ ਸਾਹਿਬ ਜਾਓ, ਜ਼ਰੂਰ ਉਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਆਇਓ ਜਿੱਥੇ ਮਹਾਰਾਜ ਜੀ ਨੇ
ਉਹਨਾਂ ਦੁਖੀਆਂ ਪੰਡਤਾਂ ਦੀ ਗੱਲ ਨੂੰ ਸੁਣਿਆ, ਉਹਨਾਂ ਦੇ ਵਾਸਤੇ ਸੀਸ ਵਾਰ ਨੂੰ ਤਿਆਰ ਹੋਏ। ਸਤਿਗੁਰੂ ਮਹਾਰਾਜ ਜੀ ਦੇ ਜਿੱਥੇ ਸੀਸ ਦਾ ਸੰਸਕਾਰ ਕੀਤਾ, ਉਹਦੇ ਸਾਹਮਣੇ ਅਕਾਲ ਬੁੰਗਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਖੜੇ ਹੋ ਕੇ ਕੜਕਵੀਂ ਆਵਾਜ਼ ਵਿੱਚ ਕਿਹਾ ਸੀ ਕਿ ਸਾਡੇ ਪਿਤਾ ਦੀ ਸ਼ਹਾਦਤ ਜ਼ੁਲਮ ਨੂੰ ਰੋਕਣ ਵਾਸਤੇ ਹੋਈ, ਉਹਨਾਂ ਨੇ ਆਪ ਸ਼ਹਾਦਤ ਜਾ ਕੇ ਦਿੱਤੀ। ਇਸ ਤਰ੍ਹਾਂ ਅੱਜ ਤੱਕ ਨਹੀਂ ਹੋਇਆ ਸੰਸਾਰ 'ਚ ਕਿ ਜਿਹਨੇ ਕਤਲ ਹੋਣਾ ਹੈ ਉਹ ਆਪ ਚੱਲ ਕੇ ਕਾਤਲ ਦੇ ਕੋਲ ਜਾਂਦਾ ਪਿਆ ਹੈ। ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹ ਤਿਲਕ ਤੇ ਜੰਝੂ ਦੇ ਰਾਖੇ ਬਣ ਕੇ ਉਹਨਾਂ ਨੇ ਇਸ ਕਲਯੁੱਗ ਦੇ ਵਿੱਚ ਇੱਕ ਬਹੁਤ ਵੱਡਾ ਸਾਕਾ ਕਰ ਦਿੱਤਾ, ਜਿਹੜਾ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਐਸਾ ਹਮੇਸ਼ਾ ਨਹੀਂ ਹੁੰਦਾ ਕਿ ਕੋਈ ਕਿਸੇ ਦੂਸਰੇ ਦੇ ਧਰਮ ਦੇ ਬਚਾਉਣ ਵਾਸਤੇ ਆਪਣੀ ਜ਼ਿੰਦਗੀ ਕੁਰਬਾਨ ਕਰ ਦੇ। ਫਿਰ ਇਹ ਕਿ ਹਕੂਮਤ ਦੇ ਨਾਲ ਪੱਕੀ ਦੁਸ਼ਮਣੀ ਹੋ ਜਾਣੀ ਕਿ ਇਹਨਾਂ ਨੇ ਸਾਡੇ ਰਾਹ ਦਾ ਰੋੜਾ ਬਣ ਕੇ ਰੋਕ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਕੱਲ੍ਹ ਨੂੰ ਹਕੂਮਤ ਸਾਡੇ ਨਾਲ ਕੀ ਵਿਹਾਰ ਕਰੇਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਤਰਵਾਸ ਦੇਣਾ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ, ਉਹਨਾਂ ਦਾ ਸੰਸਕਾਰ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥੀਂ ਕੀਤਾ। ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਨਗਾਹੀਆਨਾ, ਉਹਨਾਂ ਨੇ ਦਿੱਲੀ ਰਕਾਬਗੰਜ ਦੇ ਸਥਾਨ 'ਤੇ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਜੀਵਨ ਦੀ ਗਾਥਾ ਸੀ। ਦੂਸਰੇ ਪਾਸੇ ਜਦੋਂ ਸਮਾਂ ਕੁਝ ਬਦਲਦਾ ਜਾਂਦਾ ਹੈ, ਵਿਦਵਾਨਾਂ ਦੇ ਬਚਨ ਸਨ, ਚਲਾ ਚਲਾਈ ਹੋ ਰਹੀ ਗੱਡ ਗੱਡ ਉਖਰੇ ਮੇਖ, ਲੱਖੀ ਨਗਾਹੀਆ ਲੈ ਗਏ ਤੂੰ ਖੜਾ ਤਮਾਸ਼ਾ ਵੇਖ। ਭਾਈ ਲੱਖੀ ਸ਼ਾਹ ਵਣਜਾਰੇ ਨੇ, ਲੋਕ ਤਮਾਸ਼ਾ ਦੇਖਣ ਵਾਲੇ ਸੀ, ਫਿਰ ਲੱਭਦੇ ਸੀ ਕਿ ਧੜ ਕਿੱਥੇ ਗਿਆ, ਪਰ ਜਿਨ੍ਹਾਂ ਨੇ ਸੇਵਾ ਕਰਨੀ ਸੀ ਉਹ ਆਪਣਾ ਸਾਰਾ ਕੁਝ ਹੀ ਵਾਰ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਵੀ ਕਰਨ ਵਾਲਾ ਇੱਕ ਸ਼ਾਹ ਹੈ ਬਾਬਾ ਮੱਖਣ ਸ਼ਾਹ ਲੁਬਾਣਾ, ਤੇ ਜੇ ਸਰੀਰ ਨੂੰ ਸਾਂਭਿਆ ਲੁਕਾਇਆ ਉਹ ਵੀ ਇੱਕ ਸ਼ਾਹ ਹੈ ਬਾਬਾ ਲੱਖੀ ਸ਼ਾਹ ਵਣਜਾਰਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਫਿਰ ਅਸਥਾਨ, ਜਦੋਂ ਸਰਦਾਰ ਬਘੇਲ ਸਿੰਘ ਜੀ ਨੇ ਉਹਨਾਂ ਨੇ ਇਹ ਦਿੱਲੀ ਫਤਿਹ ਕੀਤੀ ਆ ਨਾ, ਉਸ ਵੇਲੇ ਫਿਰ ਉਹਨਾਂ ਨੇ ਕੀ ਕੀਤਾ ਕਿ ਅਸਥਾਨ ਸਾਰੇ ਬਣਾਏ, ਬੰਗਲਾ ਸਾਹਿਬ ਬਣਾਇਆ, ਪਰ ਜਿੱਥੇ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਹੋਈ ਉਹ ਸਥਾਨ ਨਹੀਂ ਸੀ ਲੱਭਦਾ ਪਿਆ। ਫਿਰ ਉਹਨਾਂ ਨੇ ਢੰਡੋਰਾ ਪਟਾਇਆ ਕਿ ਜਿਹੜਾ ਸਾਨੂੰ ਆ ਕੇ ਦੱਸੇਗਾ ਅਸੀਂ ਉਹਨੂੰ ਇਨਾਮ ਵੀ ਦੇਵਾਂਗੇ। ਇੱਕ ਮਾਸ਼ਕੀ ਸੀ, ਉਹਦੀ ਘਰ ਵਾਲੀ ਬਜ਼ੁਰਗ ਔਰਤ ਸੀ, ਉਹਨੇ ਫਿਰ ਆ ਕੇ ਸਰਦਾਰ ਬਘੇਲ ਸਿੰਘ ਨੂੰ ਦੱਸਣਾ ਕੀਤਾ ਕਿ ਮੈਂ ਆਪਣੇ ਨਾਨੇ ਦੇ ਨਾਲ ਆਈ ਸੀ ਇਸ ਥਾਨ ਦੇ ਉੱਤੇ, ਮੈਂ ਬਹੁਤ ਛੋਟੀ ਸੀ ਤੇ ਮੇਰੇ ਨਾਨੇ ਨੇ ਮਸ਼ਕ ਪਾਣੀ ਦੀ ਭਰ ਕੇ ਜਿੱਥੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੁੰਦੀ ਏ ਇਸ ਅਸਥਾਨ ਨੂੰ ਅਸੀਂ, ਮੈਂ ਤੇ ਮੇਰੇ ਨਾਨੇ ਨੇ ਉਹ ਪਾਣੀ ਛਿੜਕ ਕੇ ਤੇ ਇਹਨੂੰ ਧੋਣਾ ਕੀਤਾ ਸੀ। ਭਾਈ ਬਘੇਲ ਸਿੰਘ ਨੇ ਫਿਰ ਉਸ ਅਸਥਾਨ 'ਤੇ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸੀਸਗੰਜ ਸਾਹਿਬ ਅਸਥਾਨ ਜਿਹੜਾ ਸੀ ਉਹਨੂੰ ਬਣਾਉਣਾ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਦਾ ਜਿਹੜਾ ਜ਼ੁਲਮ ਸੀ ਉਹ ਰੁਕ ਗਿਆ। ਔਰੰਗਜ਼ੇਬ ਨੇ ਉਸ ਤੋਂ ਬਾਅਦ ਵਿੱਚ ਕਿਸੇ ਹਿੰਦੂ ਦਾ ਜ਼ਬਰੀ ਤਿਲਕ ਤੇ ਜੰਝੂ ਨਹੀਂ ਉਤਾਰਿਆ। ਜਿਹੜਾ ਅਬਦੁਲ ਵਾਹਬ ਵੋਰਾ ਕਾਜੀ ਸੀ, ਜਿਹਨੇ ਫਤਵੇ ਸੁਣਾਏ, ਜਿਹਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਸਿੱਖਾਂ ਨੂੰ ਸ਼ਹੀਦ ਕੀਤਾ ਸੀ, ਇਹ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਫਤਵਾ ਸੁਣਾ ਕੇ ਗਿਆ, ਮਹਾਰਾਜ ਜੀ ਦੀ ਸ਼ਹਾਦਤ ਹੋ ਜਾਂਦੀ ਆ, ਅਬਦੁਲ ਕਾਜੀ ਆਪਣੇ ਘਰੇ ਜਾਂਦਾ ਹੈ ਤੇ ਇਹ ਘਰ ਗਿਆ ਤੇ ਇਹਦੇ ਦਿਮਾਗ 'ਤੇ ਇੰਨਾ ਕਸਰ ਹੋ ਗਿਆ ਕਿ ਪਾਗਲ ਹੋ ਚੁੱਕਿਆ ਸੀ। ਸੰਗਲਾਂ ਨਾਲ ਬੰਨ੍ਹ ਕਰਕੇ ਇਹਨੂੰ ਰੱਖਣਾ ਪਿਆ ਤੇ ਇਹ ਸੰਗਲਾਂ ਨਾਲ ਬੱਝਿਆ ਹੋਇਆ। ਇਹਦੀ ਕੁਝ ਦਿਨਾਂ ਬਾਅਦ ਹੀ ਮੌਤ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਵਿਖੇ 10ਵੇਂ ਦਿਨ ਤਾਂ ਦੀਵਾ ਜਗਾ ਦਿੱਤਾ, ਪਰ ਸਦਾ ਵਾਸਤੇ ਜਿਨ੍ਹਾਂ ਨੇ ਫਰਮਾਨ ਜਾਰੀ ਕੀਤੇ ਸੀ ਅਬਦੁਲ ਵਾਹਬ ਵੋਰਾ, ਉਹ ਕਾਜੀ ਦਾ ਦੀਵਾ ਸਦਾ ਵਾਸਤੇ ਬੁਝ ਗਿਆ। ਨੁਰੰਗਾ ਜਿਹੜਾ ਸੀ, ਨੁਰੰਗਾ ਜਬ ਮਹਿਲੋਂ ਮੈਂ ਆਵ ਸੋਵੇ, ਡਰ ਡਰ ਉੱਠੇ ਵਿਆਕੁਲ ਹੋਵੇ। ਜਿਹੜਾ ਔਰੰਗਜ਼ੇਬ ਸੀ ਨਾ, ਉਹ ਮਹਿਲਾਂ 'ਚ ਸੌਂਦਾ ਸੀ ਤੇ ਬਾਰ-ਬਾਰ ਡਰ ਕੇ ਉੱਠ ਖਲੋਂਦਾ ਸੀ। ਕੰਨਾਂ 'ਚ ਆਵਾਜ਼ ਪੈਂਦੀ ਸੀ ਕਿ ਤੈਨੂੰ ਸੁੱਤਿਆਂ ਕਿਸੇ ਨੇ ਮਾਰ ਦੇਣਾ। ਕਾਜੀ ਜਿਹੜਾ ਮਾਰਿਆ ਗਿਆ, ਆਪਣੀ ਮੌਤ ਆਪ ਮਰ ਗਿਆ। ਕੋਤਵਾਲ ਅਬਦੁੱਲਾ ਜਿਹੜਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਰਧਾਲੂ ਬਣ ਗਿਆ, ਉਹਨੇ ਨੌਕਰੀ ਛੱਡੀ। ਉਹਨੇ ਨੌਕਰੀ ਛੱਡਣ ਤੋਂ ਬਾਅਦ ਵਿੱਚ ਆਨੰਦਪੁਰ ਸਾਹਿਬ ਚਲਾ ਗਿਆ। ਜਿਹੜਾ ਇਹਦੇ ਵਜ਼ੀਰ ਸੀ ਔਰੰਗਜ਼ੇਬ ਦੇ, ਉਹਨਾਂ ਦੇ ਵਿੱਚ ਵੀ ਜਿਹੜਾ ਸੀ ਤਕਰਾਰ ਹੋਈ, ਬਹੁਤਿਆਂ ਨੇ ਅਸਤੀਫੇ ਦੇ ਦਿੱਤੇ। ਜਿਹੜਾ ਜਾਮਾ ਮਸਜਿਦ ਹੈ ਦਿੱਲੀ ਦੇ ਵਿੱਚ,
ਜਾਮਾ ਮਸਜਿਦ ਦੇ ਵਿੱਚੋਂ ਨਮਾਜ਼ ਪੜ੍ਹ ਕੇ ਔਰੰਗਜ਼ੇਬ ਬਾਹਰ ਆਉਂਦਾ ਪਿਆ ਸੀ। ਉਹ ਬੇੜੀ ਦੇ ਉੱਤੇ ਚੜ੍ਹਨ ਲੱਗਿਆ ਸੀ ਤੇ ਕਿਸੇ ਸਿੱਖ ਨੇ ਉੱਤੋਂ 2 ਇੱਟਾਂ ਚਲਾਈਆਂ। ਇੱਕ ਤਾਂ ਉਹ ਜਿਹੜਾ ਸੀ ਉਹ ਤਖਤ ਦੇ ਉੱਤੇ ਆ ਕੇ ਵੱਜੀ, ਦੂਸਰੀ ਇਹਦੇ ਵੱਜ ਜਾਣੀ ਸੀ। ਇਹਦੇ ਸੈਨਾਪਤੀ, ਇਹਦੇ ਅੰਗ ਰੱਖਿਅਕ ਨੇ ਬਚਾ ਲਿਆ। ਉਹ ਸਿੱਖ ਦੀ ਫਿਰ ਉੱਥੇ ਸ਼ਹਾਦਤ ਹੋ ਗਈ। ਚਾਂਦਨੀ ਚੌਂਕ ਥਾਣੀ ਔਰੰਗਜ਼ੇਬ ਲੰਘਦਾ ਪਿਆ ਸੀ। ਇੱਕ ਸਿੱਖ ਨੇ ਜਿਹੜਾ ਸੀ ਸੋਟੇ ਦੇ ਨਾਲ ਹਮਲਾ ਕੀਤਾ, ਇਹ ਉੱਥੋਂ ਵੀ ਬਚ ਗਿਆ। 2 ਦਿਨਾਂ ਬਾਅਦ ਇੱਕ ਸਿੱਖ ਨੇ ਫਿਰ ਤਲਵਾਰ ਦੇ ਨਾਲ ਹਮਲਾ ਕੀਤਾ ਔਰੰਗਜ਼ੇਬ ਦੇ ਉੱਪਰ। ਮੁਕਰਮ ਖਾਨ ਜਿਹੜਾ ਸੀ ਉਹ ਵਿਚਕਾਰ ਆਇਆ, ਉਹਦੀ ਉਂਗਲੀ ਵੀ ਇਹਦੇ ਹਮਲੇ ਦੇ ਵਿੱਚ ਕੱਟੀ ਗਈ। ਫਿਰ ਔਰੰਗਜ਼ੇਬ ਇੰਨਾ ਕੁ ਡਰਿਆ ਸੀ ਇੱਥੋਂ ਕਿ ਉਹਨੇ ਦਿੱਲੀ ਦੇ ਵਿੱਚੋਂ ਫਿਰ 5 ਦਸੰਬਰ 1676 ਨਵੰਬਰ ਦੇ ਵਿੱਚ ਸ਼ਹਾਦਤ ਹੁੰਦੀ ਤੇ 1676 ਦੇ ਵਿੱਚ 5 ਦਸੰਬਰ ਨੂੰ ਉਹ ਦੱਖਣ ਦੇ ਵੱਲੇ ਚਲਿਆ ਗਿਆ। ਦੱਖਣ ਦੇ ਵਿੱਚ ਜਾ ਕਰਕੇ ਫਿਰ ਉਹ ਪਰਤ ਕੇ ਕਦੀ ਦਿੱਲੀ ਵਾਪਸ ਨਹੀਂ ਆਇਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਜਿਹੜੇ ਬਚਪਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਹੇ ਸੀ ਨਾ ਕਿ ਛੋਟੀ ਜਿਹੀ ਅਵਸਥਾ ਤੇ ਆਪਣਾ ਚੋਲਾ ਲਾ ਕੇ ਕਿਸੇ ਦੂਸਰੇ ਨੂੰ ਦੇ ਕੇ ਆਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਇਹ ਤਨ ਦੇ ਉੱਤੇ ਪਹਿਨਿਆ ਚੋਲਾ ਕੀ, ਇਹ ਤਾਂ ਕਿਸੇ ਦਿਨ ਨੂੰ ਆਪਣੇ ਸਰੀਰ ਦਾ ਚੋਲਾ ਵੀ ਤਿਆਗ ਦੇਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਸਰੀਰ ਦਾ ਚੋਲਾ ਜਿਹੜਾ ਸੀ ਉਹਨੂੰ ਚਾਦਰ ਬਣਾ ਦਿੱਤਾ। ਜਿਹੜੇ ਬਚਨ ਆਪ ਜੀ ਪਿੱਛੇ ਲਿਖੇ ਵੀ ਪੜ੍ਹਦੇ ਹੋ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਮਹਾਨ ਚਾਦਰ ਸੀ, ਉਹ ਇਤਨੀ ਵਿਸ਼ਾਲ ਚਾਦਰ ਸੀ ਕਿ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਦੀ ਨੰਗੀ ਹੁੰਦੀ ਅਜ਼ਮਤ ਨੂੰ, ਧਰਮ ਦੇ ਨੰਗੇਜ ਨੂੰ ਆਪਣੇ ਸਰੀਰ ਦੀ ਸ਼ਹਾਦਤ ਬਲੀਦਾਨ ਦੇ ਕਰਕੇ, ਸਰੀਰ ਦੀ ਆਹੂਤੀ ਦੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਧਰਮ ਨੂੰ ਨੰਗਿਆਂ ਹੁੰਦਿਆਂ, ਧਰਮ ਨੂੰ ਜਾਂਦੀ ਹੋਈ ਪੱਤ ਨੂੰ ਮਹਾਰਾਜ ਨੇ ਆਪਣੇ ਸਰੀਰ ਦੀ ਆਹੂਤੀ ਦੇ ਕਰਕੇ ਉਹਨੂੰ ਟੱਕ ਦਿੱਤਾ। ਗੁਰੂ ਕਿਰਪਾ ਕਰੇ ਇਤਨੇ ਦਿਨ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਪਾਈ ਹੈ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਵਾਸਤੇ ਆਪ ਜੀ ਨੇ ਖਿਮਾ ਕਰਨੀ। ਗੁਰੂ ਸਾਹਿਬ ਜੀ ਦੀ ਅਜ਼ਮਤ, ਸਤਿਗੁਰੂ ਮਹਾਰਾਜ ਜੀ ਦੇ ਬਚਨ, ਸਤਿਗੁਰੂ ਮਹਾਰਾਜ ਜੀ ਦੀ ਉਚਾਰਨ ਕੀਤੀ ਬਾਣੀ, ਗੁਰੂ ਸਾਹਿਬ ਜੀ ਦੇ 59 ਸ਼ਬਦ ਨੇ, 57 ਸ਼ਲੋਕ ਨੇ। ਥੋੜ੍ਹਾ ਸਮਾਂ ਲੱਗਦਾ ਜੇਕਰ ਤੁਸੀਂ ਰੋਜ਼ ਪੜ੍ਹਨਾ ਸ਼ੁਰੂ ਕਰ ਦਿਓ, ਵਿਚਾਰਨਾ ਸ਼ੁਰੂ ਕਰ ਦਿਓ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਰਹਿਮਤ ਕਰਨ ਕਿ ਗੁਰੂ ਦੀ ਬਖਸ਼ਿਸ਼ ਮਿਲੇਗੀ, ਗੁਰੂ ਨਿਵਾਜ ਦੇਵੇਗਾ। ਸਿੱਖ ਕਹਿੰਦੇ ਸੀ ਕਿ ਜਦੋਂ ਅਸੀਂ ਜੰਗ ਜੁੱਧ 'ਤੇ ਜਾਂਦੇ ਹਾਂ ਤੇ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਅਗਵਾਈ ਕਰਦਾ ਹੈ ਤੇ ਅਸੀਂ ਰੋਜ਼ਾਨਾ ਹੀ ਬਚਨ ਪੜ੍ਹਦੇ ਹਾਂ ਕਿ ਤੇਗ ਬਹਾਦਰ ਸਿਮਰਿਆ ਕਰ ਨੌ ਨਿਦਿਆਵੇ ਤਾਏ, ਸਭ ਥਾਈਂ ਹੋਏ ਸਹਾਇ। ਗੁਰੂ ਹਰ ਥਾਂ 'ਤੇ ਸਹਾਇਤਾ ਕਰਦਾ ਹੈ। ਇਸ ਤੋਂ ਫਿਰ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਸਫ਼ਰ ਪ੍ਰਾਰੰਭ ਹੁੰਦਾ ਹੈ। ਸਤਿਗੁਰੂ ਮਹਾਰਾਜ ਕਿਵੇਂ ਪੰਥ ਦੀ ਸਾਜਨਾ ਕੀਤੀ, ਕਿਵੇਂ ਸਤਿਗੁਰੂ ਮਹਾਰਾਜ ਜੀ ਨੇ ਖਾਲਸੇ ਨੂੰ ਸਾਜਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਉਹ ਬਲ ਬਖਸ਼ਿਆ, ਸੱਚੇ ਪਾਤਸ਼ਾਹ ਨੇ ਉਹ ਤਾਕਤ ਬਖਸ਼ੀ ਜਿਹਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ 1.25 ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਸ਼ਾਹਕਾਰ ਬਾਣੀਆਂ ਮਹਾਰਾਜ ਨੇ ਰਚੀਆਂ। ਜਾਪ ਸਾਹਿਬ ਕਮਾਲ ਦੀ ਬਾਣੀ ਮਹਾਰਾਜ ਜੀ ਨੇ ਰਚੀ। ਇੰਨਾ ਰਸ ਉਹਦੇ ਵਿੱਚ ਚੌਪਈ ਸਾਹਿਬ ਬੇਨਤੀ ਕਰਨ ਦੀ ਜਾਚ ਸਾਨੂੰ ਦੱਸੀ, ਵਿਰਾਗ ਦੱਸਿਆ ਸਾਨੂੰ ਸਵਈਆਂ ਦੇ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਣੀ ਦੇ ਨਾਲ ਜੁੜੀਏ, ਕਿਰਪਾ ਸਤਿਗੁਰੂ ਮਹਾਰਾਜ ਜੀ ਦੀ ਹੋਵੇ। ਇਹ ਇਤਿਹਾਸ ਦੀ ਲੜੀ ਇੱਥੇ ਹੀ ਇਕੱਲੀ ਸਮਾਪਤ ਨਹੀਂ। ਦੇਖੋ, ਇਤਿਹਾਸ ਕਿਸੇ ਇੱਕ ਦੇ ਕਹਿਣ ਨਾਲ ਸਮਾਪਤ ਨਹੀਂ ਹੁੰਦਾ। ਗੁਰੂ ਕਾ ਇਤਿਹਾਸ ਇੰਨਾ ਵਿਸ਼ਾਲ ਹੈ। ਅਸੀਂ ਤੁਸ਼ ਬੁੱਧੀ ਅਨੁਸਾਰ ਜਿੰਨਾ ਹੋ ਸਕਿਆ ਉਨਾ ਕਹਿਣ ਦਾ ਯਤਨ ਕੀਤਾ। 52 ਹੁਕਮ ਸਤਿਗੁਰੂ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਕੀਤੇ। ਦਾਸ ਵੱਲੋਂ ਉਹ ਸਾਰੀ ਵਿਚਾਰ ਵੈਸੇ ਰਿਕਾਰਡ ਪਹਿਲਾਂ ਵੀ ਕੀਤੀ ਹੋਈ ਹੈ। ਦਾਸ ਦੇ ਚੈਨਲ ਦੇ ਉੱਪਰ ਵੀ ਆਪ ਜੀ ਸਰਵਨ ਕਰ ਸਕਦੇ ਹੋ। ਗਿਆਨੀ ਅਮਰਿੰਦਰ ਸਿੰਘ ਅੰਮ੍ਰਿਤਸਰ, ਗਿਆਨ ਗੁਰਬਾਣੀ ਐਜੂਕੇਸ਼ਨ ਤੁਸੀਂ ਸਰਵਨ ਕਰ ਸਕਦੇ ਹੋ। ਇਤਿਹਾਸ ਦੀ ਲੜੀ ਦੀ ਇੱਥੇ ਸੰਪੂਰਨਤਾ ਹੈ। ਗੁਰੂ ਕਿਰਪਾ ਕਰੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ, ਸਮੁੱਚੇ ਪ੍ਰਬੰਧ ਦਾ, ਸਿੱਖ ਚੈਨਲ ਜਿਨ੍ਹਾਂ ਨੇ ਉਪਰਾਲਾ ਕੀਤਾ। ਗੁਰੂ ਇਤਿਹਾਸ ਆਪ ਜੀ ਰੋਜ਼ਾਨਾ ਸਰਵਨ ਕਰਦੇ ਹੋ, ਸਾਰਿਆਂ ਦਾ ਧੰਨਵਾਦ ਜੀ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਅੰਤਮ 'ਚ ਆਓ ਅਰਦਾਸ ਕਰੀਏ। ਗੁਰੂ ਕਿਰਪਾ ਕਰੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲੇਹ ਉਭਾਰ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰਨਾਉ ਨਿਤ ਆਵੇ